नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। जीरा के गांव बंडाला पुराना में दो पक्षों में आपसी रंजिश के चलते चली गोलियां और तलवारें, 7 लोग हुए घायल। जालंधर में रेलवे लाइन के पास सरेआम युवक पर हुई फायरिंग, पुलिस जांच में जुटी। अमृतसर में नशा बेचने से रोकने पर निहंग सिंह पर नशेड़ियों ने तेजधार हथियारों से किया हमला। आम आदमी पार्टी की संयोजक सोनिया मान ने सख्त कार्रवाई के दिए आदेश। और अब हलचल विस्तार से। जीरा में एक बार फिर गोलियों की आवाज़ सुनने को मिली है, जिसका ताज़ा मामला जीरा के गांव बंडाला पुराना से सामने आया है, जहां दो पक्षों में आपसी रंजिश के चलते गोलियां और तलवारें चलने से 7 लोग घायल हो गए, जिन्हें उपचार हेतु सिविल अस्पताल जीरा पहुंचाया गया। तो वहीं सिविल अस्पताल जीरा में उपचाराधीन दोनों ही पक्षों के व्यक्ति एक दूसरे पर इल्ज़ाम लगाते हुए दिखे। झड़प में तलवारें और गोलियां चलने के कारण दोनों पक्षों के 7 लोग घायल हुए हैं। इस संबंधी जानकारी देते हुए डीएसपी जीरा गुरदीप सिंह ने बताया कि इन दोनों पक्षों के बीच पिछले कुछ दिनों से झगड़ा चल रहा था और उन्होंने दोनों पक्षों को थाने में भी बुलाया था, लेकिन ये लोग थाना नहीं पहुंचे और आज इनके बीच झगड़ा हो गया, जिसमें तेज़धार हथियारों के साथ साथ गोलियां भी चल गईं। उन्होंने कहा कि इस घटना में करीब 7 लोग घायल हो गए हैं। उन्होंने कहा कि पुलिस मामले की गहनता से जांच कर रही है और जांच के बाद बनती कार्रवाई की जाएगी। जीरा से हलचल के लिए सतीश विच की रिपोर्ट। पिंड बंडाला पुराना मामला होया जी। बंडाले पुराने का मौजूदा सरपंच है जी। ਇਹ 8-9 ਦਿਨ ਪਹਿਲਾਂ ਵੀ ਇਹ ਬੰਦਿਆਂ ਨੇ ਨਜਾਇਜ਼ ਹਥਿਆਰ ਲੈ ਕੇ ਗਾਲਾਂ ਕੱਢੀਆਂ ਤੇ ਫਾਇਰਿੰਗ ਕੀਤੀ ਸੀ। ਉਸ ਤੋਂ ਬਾਅਦ ਅਸੀਂ ਡਿਪਟੀ ਸਾਹਿਬ ਨੂੰ ਵੀ ਪੰਚਾਇਤ ਵੱਲੋਂ ਵੀ ਦਿੱਤਾ ਤੇ ਦਰਖਾਸਤ ਵੀ ਇਹਨਾਂ ਵੱਲੋਂ ਦਿੱਤੀ ਹੈ ਜੀ। ਐਸਐਸਪੀ ਸਾਹਿਬ ਨੂੰ ਇਹ ਦਰਖਾਸਤ ਦਿੱਤੀ ਜਿਹੜੀ ਐਸਪੀਡੀ ਨੂੰ ਮਾਰਕ ਕੀਤੀ ਹੋਈ ਹੈ ਜੀ। ਇਹ ਤੋਂ 6 ਮਹੀਨੇ ਪਹਿਲਾਂ ਵੀ ਇਹਨਾਂ ਕੋਲੋਂ ਨਜਾਇਜ਼ ਹਥਿਆਰ ਫੜਿਆ ਗਿਆ ਜੀ। ਆਰਮ ਐਕਟ ਦਾ ਇਹਨਾਂ ਤੇ ਪਰਚਾ ਹੋਇਆ ਜੀ ਸਰ। ਉਸ ਤੋਂ ਬਾਅਦ ਅੱਜ ਸ਼ਾਮ ਦੀ ਗੱਲ ਆ ਜੇ ਅਸੀਂ ਘਰੇ ਸੀ, ਸਾਨੂੰ ਪਿੰਡੋਂ ਸਰਪੰਚ ਹੋਣ ਦੇ ਪਤਾ ਲੱਗਾ, ਪਿੰਡ ਦਾ ਅਸੀਂ ਗਏ। ਜਾਂਦਿਆਂ ਇਹ ਬੰਦੇ ਦੇ ਇੱਕ ਬੰਦੇ ਨੇ ਕਾਪਾ ਮਾਰਿਆ ਹੋਇਆ ਸੀ। ਐਸਐਚਓ ਸਾਹਿਬ ਪਿੰਡ ਗਏ, ਉਹ ਜਿਹੜੀ ਗੱਡੀ ਛੱਡ ਕੇ ਭੱਜੇ ਸੀ, ਗੱਡੀ ਨੂੰ ਉਹਨਾਂ ਨੇ ਹੈਂਡਓਵਰ ਕੀਤਾ। ਅਸੀਂ ਬੰਦਿਆਂ ਨੂੰ ਇੱਥੇ ਐਡਮਿਟ ਕਰਾਉਣ ਆਏ। ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਮਾਰੂ ਹਥਿਆਰ ਲੈ ਕੇ, ਨਜਾਇਜ਼ ਹਥਿਆਰ, ਪਿਸਤੌਲ, ਰਫਲਾ ਲੈ ਕੇ ਬੰਦਿਆਂ ਤੇ ਫਾਇਰਿੰਗ ਕੀਤੀ ਤੇ ਕਾਪਿਆਂ ਨਾਲ ਕੁੱਟਮਾਰ ਕੀਤੀ। ਕੀ ਇਹਨਾਂ ਦੀ ਰੰਜਿਸ਼ ਕੀ ਸੀ? ਕੋਈ ਰੰਜਿਸ਼ ਪਿੰਡ ਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਆ, ਇੱਕ ਨਿਰਮਲ ਸਿੰਘ ਆ ਜੀ, ਉਹ ਪੰਚਾਇਤੀ ਇਲੈਕਸ਼ਨ ਦਾ ਰੰਜਿਸ਼ ਰੱਖਦੇ ਹੋਏ ਇਹ ਬੰਦਿਆਂ ਨਾਲ ਕੁੱਟਮਾਰ ਕਰਾ ਰਹੇ ਆ ਜੀ। ਇਹ ਜਿਹੜੀ ਦੂਜੀ ਪਾਰਟੀ ਉਹ ਕ੍ਰਿਮੀਨਲ ਪਾਰਟੀ ਹੈ ਜੀ, ਉਹਨਾਂ ਦੀ ਬੈਕਗ੍ਰਾਉਂਡ ਹੀ ਆ, ਇਹਨਾਂ ਨੇ ਪਹਿਲਾਂ ਵੀ ਕਤਲ ਕੀਤੇ ਜਾਂ ਕੁਛ ਲਾ ਲਓ। ਇਹ ਸਾਰੀ ਲੜਾਈ ਦੇ ਵਿੱਚ ਕਿੰਨੇ ਬੰਦੇ ਜ਼ਖਮੀ ਹੋਏ? ਸਾਰੀ ਲੜਾਈ ਦੇ ਵਿੱਚ ਸਾਡੇ 3 ਬੰਦੇ ਜ਼ਖਮੀ ਹੋਏ। ਇਸ ਹਸਪੀਟਲ ਦੇ ਵਿੱਚ ਵੀ ਲੜਾਈ ਝਗੜਾ ਹੋਇਆ, ਦੂਜੀ ਪਾਰਟੀ ਦਾ ਇਲਜ਼ਾਮ ਤੁਹਾਡੇ ਬੰਦਿਆਂ ਨੇ ਆ ਕੇ। ਮੈਂ ਆਇਆ ਜੀ ਪੰਚਾਇਤ ਦੇ ਨਾਲ ਸਰਪੰਚ ਹੋਣ ਦੇ ਨਾਂ ਤੇ। ਮੈਂ ਜਦੋਂ ਅੰਦਰ ਐਂਟਰ ਹੋਣ ਲੱਗਾ, ਮੇਰੇ ਵਾਸਤੇ ਇਹ ਵੀ ਪਿੰਡ ਦੇ ਵਸਨੀਕ ਆ, ਉਹ ਵੀ ਪਿੰਡ ਦੇ ਵਸਨੀਕ ਆ। ਜਦੋਂ ਮੈਂ ਅੰਦਰ ਹੋਣ ਲੱਗਾ, ਉਹ ਬੰਦਿਆਂ ਨੇ ਮੇਰੇ ਉੱਪਰ ਹੀ ਹਮਲਾ ਕਰਤਾ। ਫਿਰ ਜਿਹੜੇ ਮੇਰੇ ਨਾਲ ਦੇ ਬੰਦੇ ਸੀ, ਉਹਨਾਂ ਨੇ ਬਚਾਅ ਪੱਖ ਦੇ ਵਿੱਚ ਆਪ ਦੀ ਸੇਫਟੀ ਕੀਤੀ ਆ। ਉਹਨੂੰ ਅਗਲਾ ਹਮਲਾ ਗਿਣੇ ਕੁਛ ਗਿਣੇ। ਅਸੀਂ ਅੰਦਰ ਵੜਨ ਲੱਗੇ ਸੀ, ਜਿਹੜਾ ਬੰਦਾ ਬੂਹੇ ਦੇ ਵਿੱਚ ਆ ਕੇ ਪਹਿਲਾਂ ਉਹਨੇ ਮੇਰੇ ਨਾਲ ਧੱਕਾ ਮੁੱਕੀ ਕਰਨਾ ਸ਼ੁਰੂ ਕਰਤਾ। ਫਿਰ ਸਰਪੰਚ ਹੋਣ ਦੇ ਨਾਂ ਤੇ ਬੰਦਿਆਂ ਨੇ ਮੈਨੂੰ ਬਚਾਉਣਾ ਸੀ। ਪਿੰਡ ਦੇ ਵਿੱਚ ਜਿਹੜੀ ਗੋਲੀ ਚੱਲੀ, ਪਿੰਡ 'ਚ ਚੱਲੀ? ਪਿੰਡ ਦੇ ਵਿੱਚ ਚੱਲੀ। ਦੋਨਾਂ ਧਿਰਾਂ ਵੱਲੋਂ ਗੋਲੀ ਚਲਾਈ? ਨਾ ਜੀ, ਉਹ ਤਾਂ ਐਵੇਂ ਆਪਦੇ ਵੱਲੋਂ ਕਹਿ ਰਹੇ ਆ। ਸਾਡੇ ਬੰਦੇ ਤਾਂ 10 ਦਿਨ ਹੋ ਗਿਆ ਜੀ, ਇਹਨਾਂ ਨੂੰ ਪੁਲਿਸ ਦੇ ਗੇੜੇ ਮਾਰ ਅਸੀਂ ਅੱਕ ਗਏ। ਐਮਐਲਏ ਸਾਹਿਬ ਦੀ ਨੌਲੇਜ ਵਿੱਚ ਵੀ ਆ, ਡਿਪਟੀ ਸਾਹਿਬ ਨੂੰ ਅਸੀਂ ਪੰਚਾਇਤ ਵੱਲੋਂ ਵੀ ਦਿੱਤਾ ਵੀ ਸਾਡੇ ਬੰਦੇ ਮਰ ਜਾਣੇ ਆ, ਤੁਸੀਂ ਸਾਡਾ ਨੁਕਸਾਨ ਕਰਾ ਦੇਣਾ। 7-8 ਇਹਨਾਂ ਕੋਲੇ ਨਜਾਇਜ਼ ਹਥਿਆਰ ਆ, ਕੋਈ ਇੱਕ ਅੱਧਾ ਨਹੀਂ ਦਾ। ਇੱਕ ਬੰਦਾ ਹੈਗਾ ਗੁਰਮੀਤ ਸਿੰਘ ਆ ਜੀ, ਆ ਜਾਓ ਇੱਧਰ। ਲੜਾਈ ਤੋਂ ਬਾਅਦ ਇਹਨਾਂ ਨੇ ਜਿਹੜਾ 6 ਮਹੀਨੇ ਪਹਿਲਾਂ ਪਰਚਾ ਆਰਮ ਐਕਟ ਦਾ ਹੋਇਆ ਸੀ, ਇਹਨਾਂ ਦੇ ਮੁੰਡੇ ਤੇ ਉਹਨਾਂ ਨੇ ਹਮਲਾ ਕੀਤਾ ਸੀ। ਉਸ ਤੋਂ ਬਾਅਦ ਇਹਨਾਂ ਨੂੰ ਖੇਤ ਦੇ ਵਿੱਚ ਕਿਹਾ ਵੀ ਗੱਡੀ ਦੇ ਵਿੱਚ 7 ਹਥਿਆਰ ਪਏ, ਵੇਖ ਲੈ। ਇਹਨਾਂ ਨੇ ਵੇਖੇ ਹੋਏ ਆ, ਅਸੀਂ ਤੇਰਾ ਮੁੰਡਾ ਮਾਰਨਾ, ਕੈਸ ਕਰਦੀ ਚੱਲੀ। ਸਾਨੂੰ ਸ਼ਾਮ ਨੂੰ ਇਤਲਾਹ ਮਿਲੀ ਸੀ ਕਿ ਬਨਾਲੇ ਪਿੰਡ 2 ਪਾਰਟੀਆਂ ਹੈਗੀਆਂ, ਜਿਨ੍ਹਾਂ ਦੇ ਵਿੱਚ ਕੋਈ ਪਿੰਡ ਲੈਵਲ ਤੇ ਟੈਂਸ਼ਨ ਚੱਲ ਰਹੀ ਸੀ। ਦੋਨਾਂ ਪਾਰਟੀਆਂ ਸਾਡੇ ਕੋਲ ਦਰਖਾਸਤਾਂ ਵੀ ਆਈਆਂ ਸੀ। ਅਸੀਂ ਪਿਛਲੇ 2-3 ਦਿਨ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਵੀ ਰਹੇ ਸੀ, ਪਰ ਸਾਡੇ ਕੋਲ ਥਾਣੇ ਨਹੀਂ ਆਏ। ਜੋ ਅੱਜ ਇਹਨਾਂ ਦੇ ਵਿੱਚ ਉੱਥੇ ਕੋਈ ਟਕਰਾਅ ਹੋ ਗਿਆ
ਤੇ ਦੋਨੇ ਪਾਰਟੀਆਂ ਕਹਿ ਰਹੇ ਵੀ ਇੱਕ ਤਾਂ ਸ਼ਮਸ਼ੇਰ ਸਿੰਘ ਆ ਉਹ ਕਹਿ ਰਹੇ ਮੇਰੇ ਪੱਟ ਤੇ ਗੋਲੀ ਲੱਗੀ ਆ, ਦੂਸਰੇ ਪਾਸੇ ਦੂਸਰੀ ਪਾਰਟੀ ਦਾ ਕਹਿ ਰਹੇ ਸਾਡੇ ਬਾਂਹ ਤੇ ਲੱਗੀ ਆ। ਤੇ ਇੱਕ ਦੋ ਬੰਦਿਆਂ ਨੇ ਕੁਝ ਮੂੰਹ ਨਹੀਂ ਸੱਟਾ ਤੇ ਕੋਈ ਸੀਰੀਅਸ ਇੰਜਰੀ ਕੋਈ ਹੈ ਨਹੀਂ, ਅਸੀਂ ਵੈਰੀਫਾਈ ਕਰ ਰਹੇ ਹਾਂ। ਰੈਫਰ ਲੜਾਈ ਝਗੜੇ ਦੇ ਵਿੱਚ ਕਿੰਨੇ ਜਿਹੜੇ ਸਾਨੂੰ ਆ ਇੱਕ ਪਾਰਟੀ ਜਿਹੜੀ ਹੈਗੀ ਸ਼ਮਸ਼ੇਰ ਸਿੰਘ ਸਿੰਘ ਇੱਕ ਜਤਿੰਦਰ ਤੇ ਦੂਸਰੇ ਪਾਸੇ ਇੱਕ ਜਿਹੜਾ ਰਾਜੂ ਹੈਗਾ ਲੋਧੀਆ, ਉਹਨਾਂ ਦੀ ਪਾਰਟੀ ਦਾ ਬੰਦਾ ਇੱਥੇ ਦਾਖਲ ਆ, ਉਹ ਅਸੀਂ ਚੈੱਕ ਕਰ ਲਾਂਗੇ। ਬਾਕੀ ਚੈੱਕ ਕਰ ਰਹੇ ਹਾਂ ਵੀ ਸਾਡੇ ਕਿੰਨੀ ਬੇਸਿਕਲੀ ਸਰ ਝਗੜਾ ਕਿਸ ਗੱਲ ਦਾ ਹੈ? ਝਗੜਾ ਜਿਵੇਂ ਪਿੰਡ ਦੇ ਵਿੱਚ ਐਵੇਂ ਖਾਬ ਖਾਈ ਲੜਾਈ ਆ, ਜਿਹੜਾ ਆ ਜਿਹੜੇ ਸ਼ਮਸ਼ੇਰ ਤੇ ਜਗਰੂਪ ਤੇ ਜਤਿੰਦਰ ਪਾਰਟੀ ਆ, ਇਹਨਾਂ ਦੇ ਬੰਦੇ ਤੋਂ ਪਿਛਲੇ ਸਾਲ ਗੁੱਟੀ ਤੋਂ ਪਿਛਲੇ ਫੜਿਆ ਗਿਆ ਸੀ। ਉਹਨਾਂ ਨੂੰ ਇਹ ਆ ਵੀ ਸਾਡੇ ਮਤਲਬ ਕੁਝ ਕੀ ਫੜਾਇਆ, ਇਸ ਕਰਕੇ ਕੋਈ ਟੈਨਸ਼ਨ, ਪਰ 1 ਸਾਲ ਦੀ ਸਾਡੇ ਕੋਲ ਕੋਈ ਦਰਖਾਸਤ ਨਹੀਂ ਉਠਾਣੀ ਚਾਹੀਦੀ ਤੇ 1-2 ਦਿਨ ਪਹਿਲੇ ਐਕਟ ਹੋਏ ਦੋਨੇ। जालंधर कमिश्नरेट पुलिस के थाना रामा मंडी के अंतर्गत आने वाले इलाके कमल विहार में शनिवार रात रेलवे लाइन के पास बैठे एक युवक को वहां से निकल रहे कुछ अन्य युवकों ने गोली मारकर गंभीर रूप से घायल कर दिया। उसे गंभीर हालत में सिविल अस्पताल में भर्ती करवाया गया है। घायल युवक की पहचान मनीष कुमार निवासी मोहल्ला नारायण सिंह कमल विहार बशीरपुरा के रूप में हुई है। मनीष केबल ऑपरेटर का काम करता है। पुलिस मनीष को गोली मारने वाले आरोपियों की तलाश कर रही है जो मौके से फरार हो गए। कमल विहार में गोली चलने की सूचना मिलते ही रामा मंडी थाना प्रभारी मनजिंदर सिंह बसी सहित पुलिस पार्टी तुरंत मौके पर पहुंचे और जांच शुरू की। उन्होंने मनीष के परिजनों से घटना की जानकारी प्राप्त की। थाना प्रमुख ने बताया कि जिस इलाके में ये घटना हुई वह रेलवे पुलिस के अधिकार क्षेत्र में आता है, इसलिए आगे की कार्रवाई रेलवे पुलिस ही करेगी। ਇਹ ਸੂਚਨਾ ਮਿਲੀ ਸੀ ਕਿ ਕੋਈ ਕਮਲ ਵਿਹਾਰ ਦੇ ਨਜ਼ਦੀਕ ਜਿਹੜਾ ਆ ਉਹ ਗੋਲੀ ਚੱਲੀ ਹੈ ਤੇ ਸਿਵਲ ਹਸਪੀਟਲ ਆਪਣੇ ਅਰਮਾਨ ਹਸਪੀਟਲ ਤੋਂ ਮੈਸੇਜ ਆਇਆ ਸੀਗਾ। ਜੋ ਅਰਮਾਨ ਹਸਪੀਟਲ ਜਿਹੜਾ ਉਹ ASI ਨੂੰ ਭੇਜ ਕੇ ਜਿਹੜਾ ਬਿਆਨ ਕਲਮਬੰਦ ਕਰਾਉਣ ਲਈ ਭੇਜਿਆ ਸੀਗਾ। ਜੋ ਡਾਕਟਰ ਸਾਹਿਬ ਨੇ ਜਿਹੜਾ ਆ ਉਹ ਮਜਰੂਬ ਜਿਹੜਾ ਉਹ ਅਨਫਿਟ ਦੱਸਿਆ। ਉਹਦੇ ਵਾਰਸਾਂ ਨੂੰ ਵੀ ਪੁੱਛਗਿੱਛ ਕੀਤੀ ਹੈ ਵੀ ਇਹ ਗੋਲੀ ਕਿਵੇਂ ਤੇ ਕਿੱਥੇ ਚੱਲੀ ਹੈ, ਉਹਦੇ ਬਾਰੇ ਵੀ ਕੁਝ ਨਹੀਂ ਦੱਸਦੇ। ਕਹਿੰਦੇ ਵੀ ਇਹਦੇ ਬਾਰੇ ਤੇ ਮਜਰੂਬ ਹੀ ਦੱਸ ਸਕਦਾ ਵੀ ਕਿੱਥੇ ਚੱਲੀ ਹੈ। ਤੇ ਜੋ ਮੌਕੇ ਦੀ CCTV ਫੁਟੇਜ ਜਿਹੜੀ ਆ ਉਹ ਦੇਖੀ ਜਾ ਰਹੀ ਹੈ ਤੇ ਮਜਰੂਬ ਦੇ ਫਿੱਟ ਹੋਣ ਤੇ ਜੋ ਵੀ ਬਿਆਨ ਕਲਮਬੰਦ ਕਰਾਏਗਾ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਪਰਿਵਾਰਕ ਮੈਂਬਰ ਹੈ ਕਿਆ ਦਿਖਾਈ ਦੇ ਰਿਹਾ? CCTV ਦੇ ਵਿੱਚ ਵੀ ਜਿਹੜਾ 2 ਲੜਕੇ ਜਿਹੜੇ ਆ ਉਹ ਰੇਲਵੇ ਲਾਈਨਾਂ ਦੀ ਤਰਫ ਆ ਰਹੇ ਆ ਤੇ ਉਹਨਾਂ ਦੀ ਸ਼ਨਾਖਤ ਕਰ ਰਹੇ। ਇਹ ਵੈਰੀਫਾਈ ਹੋਇਆ ਕਿ ਗੋਲੀ ਕਿਹਦੇ ਲੱਗੀ ਹੈ, ਕੀ ਨਾਮ ਹੈ? ਜਿਹਦੇ ਗੋਲੀ ਲੱਗੀ ਆ ਉਹ ਮੁੰਡੇ ਦਾ ਨਾਮ ਆ ਮਨੀਸ਼, ਕਮਲ ਵਿਹਾਰ ਦੇ ਨਜ਼ਦੀਕ ਦਾ ਰਹਿਣ ਵਾਲਾ ਹੈ। ਜਿਸ ਵੇਲੇ ਰਾਤ ਗੋਲੀ ਚੱਲਦੀ ਜਦੋਂ ਘਰ ਪਹੁੰਚਦਾ ਉਦੋਂ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਕੁਆਟਰਾਂ ਵਾਲੀ ਸਾਈਡ ਤੋਂ ਰਹਿਣ ਵਾਲੇ ਲੜਕੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ। हाँ, जो भी तथ्य सामने आएंगे कार्रवाई की जाएगी। कितने फायर किए गए? ਇਹਦੇ ਬਾਰੇ ਵੀ ਕੁਝ ਹੀ ਦੱਸਿਆ ਜੀ। ਤੇ ਜੋ CC ਫੁਟੇਜ ਆ ਰਿਹਾ ਉਹ ਤੇ ਨਜ਼ਦੀਕ ਤੋਂ ਇੱਕ ਹੀ ਫਾਇਰ ਲੱਗਦਾ, ਜਿਵੇਂ ਗੋਲੀ ਲੱਗੀ ਕਿੱਥੇ? ਪੇਟ 'ਚ ਤੇ ਗੋਲੀ। कैसी स्थिति है उसकी? ਉਹਦੇ ਐਮਰਜੈਂਸੀ ICU ਦੇ ਵਿੱਚ ਐਡਮਿਟ ਹੈਗਾ। ਮੈਂ ਜਾ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਆਇਆ। ਡਾਕਟਰ ਸਾਹਿਬ ਨੇ ਹੁਣ ਵੀ ਅਨਫਿਟ ਹੀ ਦੱਸਿਆ ਹੈ। ਸਟੇਟਮੈਂਟ ਰਿਕਾਰਡ ਕਰਕੇ ਜੋ ਵੀ ਜਿਹੜਾ ਉਹ ਕਰ ਸਕਦੇ। जिन्होंने चलाई है मतलब किसी को कहीं नहीं, अजय कोई नहीं। राजासांसी विधानसभा क्षेत्र के चौगावा कस्बे में नशे की लत के शिकार लोगों ने एक निहंग सिंह पर हमला कर उसे गंभीर रूप से घायल कर दिया। इस संबंध में लोपो के सरकारी अस्पताल में उपचाराधीन गांव ठट्ठा के निहंग सरवन सिंह ने बताया कि सुबह नशा बेचने वाले और शराब पीने वाले लोग हर रोज़ की तरह गुरुद्वारा साहिब के पास एकत्रित होकर नशा कर रहे थे। जब इन लोगों को ऐसा करने से रोका गया तो उन पर अश्वनी, काबल, सोना, हीरा सहित लगभग 15 अन्य लोगों ने हमला कर दिया, जिनके पास लोहे की छड़ियाँ और अन्य हथियार थे। उन्होंने लाठियों और लोहे की छड़ों से इन्हें पीटा, जिससे उनका हाथ टूट गया और उनके शरीर के अन्य हिस्सों पर चोटें आईं। उन्होंने कहा कि यदि पुलिस मौके पर नहीं पहुंचती तो ये लोग उनकी
हत्या कर देते। तो वहीं इस घटना की खबर मिलते ही माझा जोन कोऑर्डिनेटर एवं राजा संसी क्षेत्र इंचार्ज मैडम सोनिया मान मौके पर पहुंची। उन्होंने लोपो के अस्पताल में उपचाराधीन घायल निहंग सरवन सिंह का भी हालचाल पूछा। इस अवसर पर उन्होंने पुलिस को सख्त निर्देश देते हुए इन नशा तस्करों के खिलाफ सख्त कार्रवाई करने को कहा। मैडम सोनिया मान ने कहा कि किसी को भी डरने की ज़रूरत नहीं है। आम आदमी पार्टी नशे के खिलाफ कार्रवाई के लिए तैयार है और जो भी नशा बेचता हुआ पाया जाएगा उसके खिलाफ सख्त कार्रवाई की जाएगी। अमृतसर से हलचल के लिए सुनील खोसला की रिपोर्ट। ਸਾਡਾ ਨਾਮ ਸਰਵਨ ਸਿੰਘ ਹੈ ਜੀ। ਸਾਡਾ ਨਾਮ ਬਾਬਾ ਸਰਵਨ ਸਿੰਘ ਪਿੰਡ ਠੱਠਾ ਜੀ। ਗ੍ਰੰਥੀ ਸਿੰਘ ਹੈ ਅਸੀਂ। ਇਹ ਬਾਬੇ ਤਰਲੋਕ ਸਿੰਘ ਦੇ ਪੜਾਅ ਦੀ ਵੀ ਸੇਵਾ ਮਿਲੀ ਚਗਾਵੇ, ਉੱਥੇ ਵੀ ਚਲ ਜਾਂਦੇ ਹੁੰਦੇ ਆ। ਅਸੀਂ ਬੜੀ ਵਾਰ ਡੱਕਿਆ ਵੀ ਇੱਥੇ ਬੀੜੀ ਨਾ ਪੀਆ ਕਰੋ ਗੁਰਦੁਆਰੇ ਸਾਹਿਬ ਲਾਗੇ, ਹਟਦੇ ਨਹੀਂ ਗੇ। ਸਾਹਮਣੇ ਸਮੈਕ ਵੇਚ ਜਿਹੜੇ 2-3 ਘਰ ਗੁਰਦੁਆਰੇ ਸਾਹਮਣੇ ਹੀ ਆ। ਅਸੀਂ ਸਮੈਕੀਆਂ ਸਮੈਕ ਪੀਣ ਵਾਲਿਆਂ ਨੂੰ ਡੱਕਦੇ ਆ ਤੇ ਡੱਕੇ ਨਹੀਂ ਰਹਿੰਦੇ। ਸਮੈਕ ਪੀਣ ਵੇਚਣ ਵਾਲੇ ਆਂਦੇ ਸੀ ਪੁਲਿਸ ਵਾਲਾ ਸਾਡਾ ਨੇ ਕੁਛ ਵਿਗਾੜ ਸਕਦੇ, ਇਹ ਕੀ ਕਰ ਲੈਊਗਾ ਸਾਡਾ ਸਮੈਕ ਗੱਲਾਂ। ਉਹ ਆਂਦਾ 14 ਪਰਚੇ ਆਂਦਾ ਮੇਰੇ 'ਤੇ ਹੋਏ ਆ। ਮੁੰਡਾ ਇੱਕ ਆਂਦਾ ਕੀ ਨਾਂ ਉਹਦਾ, ਨਾਂ ਦਾ ਚੇਤਾ ਨਹੀਂ। ਆਂਦਾ 14 ਪਰਚੇ ਹੋਏ, ਤੁਸੀਂ ਹੋਰ ਪਰਚਾ ਹੋ ਜਾਊ, ਕੋਈ ਨਹੀਂ ਗੱਲ। ਉਹਨੇ ਬੜੇ ਬਾਲੇ ਮਾਰੇ, ਬਾਲੇ ਲੋਹੇ ਦੀ ਰਾਠਾਂ ਮਾਰੀਆਂ। 5-6 ਜਾਣੇ ਉਹਨਾਂ ਕੁੱਟ ਨੂੰ ਹਟੇ ਨਹੀਂ, ਸਾਨੂੰ ਬੜਾ ਕੁੱਟਿਆ ਉਹਨਾਂ ਨੇ। ਭੱਜ ਗਿਆ ਉਹ ਪਰ ਇੱਕ ਹੋਰ ਹੀ ਨਿਹੰਗ ਸਿੰਘ ਦਾ ਨਿੱਕਾ ਜਿਹਾ ਵਿਚਾਰਾ, ਉਹ ਭੱਜ ਗਿਆ, ਉਹ ਕਿਸੇ ਦੇ ਘਰੇ ਵੜ ਗਿਆ, ਉਹ ਪਰੇ ਦੁਕਾਨ 'ਤੇ ਚਲ ਗਿਆ ਵਿਚਾਰਾ। ਉਹਦੀ ਜਾਨ ਬਚ ਗਈ, ਨਹੀਂ ਉਹਨੂੰ ਹੈਗੇ ਤੇ 10-15 ਜਾਣੇ ਸੀ, ਪਰ ਕੁੱਟਿਆ ਸਾਨੂੰ 6-7 ਜਣਿਆਂ ਨੇ ਹੀ ਕੁੱਟਿਆ 6-7 ਜਣੇ। ਅਸੀਂ ਸਮੈਕ ਵੇਚਣ ਵਾਲਿਆਂ ਨੇ ਵੀ ਕੁੱਟਿਆ, ਪੀਣ ਵਾਲਿਆਂ ਨੇ ਵੀ ਕੁੱਟਿਆ। ਹਾਂ, ਪੀਣ ਵਾਲਿਆਂ ਨੇ ਵੀ ਕੁੱਟਿਆ ਤੇ ਵੇਚਣ ਵਾਲਿਆਂ ਨੇ ਵੀ। ਜਿਹੜਾ ਇਹ ਕਾਰੋਬਾਰ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ? ਉਹ ਆਂਦੇ ਅਸੀਂ ਨਹੀਂ ਡਰਦੇ, ਪੁਲਿਸ ਵਾਲਾ ਕੀ ਕਰ ਲੈਣਗੇ ਸਾਨੂੰ। ਉਹ ਆਂਦੇ ਬਿਲਕੁਲ ਨਹੀਂ ਡਰਦੇ ਪੁਲਿਸ ਵਾਲੇ, ਤੂੰ ਸਾਨੂੰ ਕਰ ਲੇਗਾ। ਉਹ ਆਂਦੇ 14 ਪਰਚੇ ਸਾਡੇ ਦੇ ਹੋਏ ਆ। ਇਹ ਕਿਹੜੇ ਥਾਣੇ ਅੰਦਰ ਆਉਂਦਾ? ਇਹ ਥਾਣਾ ਆਉਂਦਾ ਲੋਪੋ ਵਿੱਚ ਚਗਾਵਾ। ਅੱਛਾ ਜੀ, ਸ਼ਰੇਆਮ ਵਿਕਦੀ ਹੈ? ਸ਼ਰੇਆਮ ਵਿਕਦੀ ਆ। ਖੁਸਰੇ ਗੜੀ ਦੇ ਵਿੱਚ ਹੀ ਬੜੀ ਵਿਕਦੀ ਹੈ ਸਮੈਕ। ਇਹ ਕੋਈ ਜਿਹੜਾ ਨਸ਼ਿਆਂ ਵਿਰੁੱਧ ਚੱਲਣ ਦਿਆ ਅਭਿਆਨ, ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ? ਨਹੀਂ, ਕੋਈ ਕਾਰਵਾਈ ਕਿਹਨੇ ਕਰਨੀ ਹੈ ਜੀ? ਕਾਰਵਾਈ ਕੋਈ ਕਰਦਾ ਨਹੀਂ, ਨਾ ਕੋਈ। ਆ ਜਿਹੜਾ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ, ਇਹ ਸਰਪੰਚ ਸਾਹਿਬ ਜੀ ਆਹ ਕੰਮ ਕਰਨਾ, ਉਹਨੇ ਨਾ ਕਰੀ ਤੂੰ ਪੁੱਛਿਆ, ਨਾ ਕੁਛ ਵੀ ਨਹੀਂ ਕੀਤਾ। ਕਾਲੇ ਸਰਪੰਚ ਸੱਟਾਂ ਬਾਂਹ ਦੀ ਹੱਡੀ 2 ਥਾਵਾਂ ਟੁੱਟ ਗਈ ਆ। ਬੜਾ ਕੁੱਟਿਆ, ਬੜੀ ਰਾਠਾਂ ਮਾਰੀਆਂ ਲੋਹੇ ਦੀਆਂ, ਬਾਲੇ ਮਾਰੇ, ਬਾਲੇ ਟੁੱਟ ਗਏ ਵਿੱਚੋਂ। ਇਹ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਆ ਵੀ ਭਗਵੰਤ ਮਾਨ ਸਾਹਿਬ ਐਵੇਂ ਤੁਸੀਂ ਆਪ ਪਰਾ ਕਰਦੇ ਫਿਰਦੇ, ਸਮੈਕਾਂ ਦੇ ਬੜੀਆਂ ਚੱਲਣ ਦੀਆਂ, ਹੀਰੋਇਨਾਂ ਚੱਲਣ ਦੀਆਂ, ਤੁਸੀਂ ਕਹਿੰਦੇ ਅਸੀਂ ਛਡਾਉਣੀਆਂ, ਤੂੰ ਕਿੱਥੋਂ ਛਡਾਈਆਂ? ਆਹ ਵੇਖੋ, ਅਸੀਂ ਗਏ ਛਡਾਉਣ ਵਾਸਤੇ, ਸਾਡੇ ਬਾਂਹ ਤੋੜੀ 2 ਥਾਵਾਂ ਤੋਂ, ਬੜਾ ਕੁਛ ਹੋਇਆ। ਭਗਵੰਤ ਮਾਨ ਨੇ ਕੀ ਕਰ ਲੈਣਾ ਵਿਚਾਰੇ ਨੇ? ਭਗਵੰਤ ਮਾਨ ਕੋਲ ਕੁਛ ਵੀ ਹੋਣਾ ਨਹੀਂ ਹੋਣਾ। ਅਸੀਂ ਵਾਅਦੇ ਨਾਲ ਕਹਿੰਦੇ ਹਾਂ ਭਗਵੰਤ ਮਾਨ ਕੋਲ ਕੁਛ ਵੀ ਨਹੀਂ ਹੋਣਾ। ਇਹ ਰਲੇ ਵੱਡੇ ਵੱਡੇ ਅਫਸਰਾਂ ਰਲੇ ਭਗਵੰਤ ਮਾਨ ਨੇ ਵਿਚਾਰੇ ਨੇ ਕੀ ਸਮੈਕ ਕਿਸੇ ਦੀ ਛਡਾ ਦੇਣੀ ਹੈ? ਉਹ ਕੋਲ ਛਡਾਈ ਨਹੀਂ ਸਮੈਕ। ਇਹ ਨਿਹੰਗ ਸਿੰਘ ਸਮੈਕ ਛਡਾਉਣਗੇ, ਗਾਟੇ ਲਾਏ ਨਾ ਨਿਹੰਗਾਂ ਸਿੰਘਾਂ ਨੇ ਲਾਉਣੇ ਆ। ਇਹਨਾਂ ਪੁਲਿਸ ਵਾਲਿਆਂ ਨੇ ਗਾਟੇ ਲਾਉਣੇ ਸਮੈਕ ਵੇਚਣ ਵਾਲਿਆਂ ਦੇ, ਨਾ ਸਰਕਾਰ ਨੇ ਗਾਟੇ ਲਾਉਣੇ ਨਿਹੰਗਾਂ ਸਿੰਘਾਂ ਨੇ ਲਾਉਣੇ ਗਾਟੇ। ਸਰਕਾਰ ਕੋ ਗਾਟੇ ਲੱਥਣੇ, ਇਹ ਭਗਵੰਤ ਮਾਨ ਕੋ ਵੀ ਗਾਟੇ ਲੱਥਣੇ। ਇਹ ਧੌਣਾ ਲਾਉਣੀਆਂ ਨਿਹੰਗਾਂ ਸਿੰਘਾਂ ਨੇ ਸਮੈਕ ਵੇਚਣ ਵਾਲਿਆਂ ਦੀਆਂ। ਸਮੈਕ ਪੀਣ ਵਾਲਿਆਂ ਧੀਆਂ ਭੈਣਾਂ ਰੰਡੀਆਂ ਹੁੰਦੀਆਂ, ਬੜਾ ਮੰਦਾ ਹਾਲ ਹੁੰਦੇ ਆ। ਜਦੋਂ ਤੁਸੀਂ ਗਏ ਹੋ ਉੱਥੇ, ਹਾਂਜੀ, ਤੇ ਉੱਥੇ ਕਿੰਨੇ ਬੰਦਿਆਂ ਤੁਹਾਡਾ ਵਿਰੋਧ? ਬਹੁਤ ਜ਼ਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮੈਕ ਛਡਾ ਦੇਗਾ। ਪੁਲਿਸ ਨਹੀਂ ਛਡਾ ਸਕੀ, ਸਰਪੰਚ ਨਹੀਂ ਛਡਾ ਸਕੇ, ਤੂੰ ਸਮੈਕ ਕਿੱਦਾਂ ਛਡਾ ਸਕੇਗਾ? ਕੀ ਪੁਲਿਸ ਤੋਂ ਤੁਹਾਨੂੰ ਕੀ ਜਾਪਦਾ ਹੈ ਕਿ ਪੁਲਿਸ ਨੇ ਸਾਨੂੰ ਜਾਪਦਾ ਵੀ ਨਹੀਂ, ਇਹ ਨਹੀਂ ਛਡਾ ਸਕਦੀ ਸਮੈਕ। ਭਗਵੰਤ ਮਾਨ ਵੀ ਨਹੀਂ ਛਡਾ ਸਕਦਾ ਸਮੈਕ, ਨਹੀਂ ਛਡਾ ਸਕਦਾ। ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਦੇ, ਧੀਆਂ ਭੈਣਾਂ ਬਚਾਓ, ਲੋਕਾਂ ਦੀਆਂ ਧੀਆਂ ਭੈਣਾਂ ਬਚਾਓ, ਪੁੱਤਰ ਲੋਕਾਂ ਦੇ ਬਚਾਓ। ਬੜਾ ਮੰਦਾ ਹਾਲ ਹੁੰਦੇ ਜੀ। ਅਸੀਂ ਇਹੋ ਚਾਹੁੰਦੇ, ਅਸੀਂ ਹੋਰ ਕੁਛ ਨਹੀਂ ਚਾਹੁੰਦੇ, ਕਿਸੇ ਨੂੰ ਮੰਦਾ ਨਹੀਂ ਬੋਲਦੇ।
ਅਸੀਂ ਕਹਿੰਦੇ ਸ਼ਰਾਬ ਦੀ ਵਾਈ ਨਾ ਦੱਬ ਨਾ ਕਾਈ। ਵੇਖੋ ਜੀ, ਸਾਡੇ ਇੱਥੇ ਮੌਜੂਦਾ SHO ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ। ਇਨਫੈਕਟ ਅਸੀਂ ਪਹੁੰਚੇ ਹਾਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆਰ ਸਟੈਂਡਿੰਗ ਹੇਅਰ इन सिविल हॉस्पिटल। ਅਸੀਂ ਬਾਬਾ ਜੀ ਦੇ ਨਾਲ ਖੜੇ ਹਾਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ, ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ, ਉਹਨਾਂ ਦੇ FIR ਲਾਂਚ ਕੀਤੀ ਜਾਊਗੀ। ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ, ਬਟ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਹੈ ਔਰ ਨਸ਼ੇ ਜਿਹੜੇ ਹੈ ਉਹ नहीं चलेंगे जी। 11 जुलाई से सावन महीने की शुरुआत के साथ ही शिव भक्तों का उत्साह चरम पर है। दिल्ली से लेकर यूपी और उत्तराखंड में कावड़ यात्रा भी जारी है, जहां एक और जगह जगह कावड़ियों की सुरक्षा हेतु खास इंतजाम किए गए हैं, तो वहीं दूसरी तरफ दिल्ली के शाहदरा इलाके से बड़ी खबर सामने आई है, जहां कावड़ मार्ग पर कांच के टुकड़े बिछाने का दावा किया जा रहा है। पुलिस मामले की जांच में जुटी है और इसके लिए CCTV फुटेज खंगाले जा रहे हैं। प्राप्त जानकारी के अनुसार चिंतामणि चौक से शाहदरा फ्लाईओवर करीबन 1 किलोमीटर की दूरी पर कांच के टुकड़े बिखरे हुए मिले। दिल्ली सरकार के मंत्री कपिल मिश्रा को इसकी जानकारी मिली। इसके बाद उन्होंने स्थानीय विधायक संजय गोयल को मौके पर भेजा। विधायक ने कावड़ मार्ग पर छोटे छोटे कांच के टुकड़े मिलने का दावा किया। उन्होंने बताया कि इसके बाद PWD के सफाई कर्मचारियों को बुलाया गया और पूरी मार्ग की सफाई करवाई गई। स्थानीय विधायक संजय गोयल ने बताया कि ऐसा लग रहा है कि ये सब साजिश के तहत किया गया। पहले शुक्रवार को कांच के टुकड़े मिले थे जिसकी सफाई करवाई गई। इसके बाद फिर शनिवार को दोबारा कांच के टुकड़े बिखेरे गए। उन्होंने इसको लेकर FIR दर्ज करवाने की बात कही। सर क्या कहना चाहेंगे, कांच के टुकड़े गिलास में लेके चल रहे हैं और ज़मीन से भी उठाए हैं आपने? ये सारे मैंने ज़मीन से उठाए कांच के टुकड़े हैं, गिलास में लेकर इसलिए चलाऊँ। और बहुत सारे कांच के टुकड़े कई किलो में हमारे जो MCD कर्मचारी हैं वो सफाई कर रहे हैं, क्योंकि ये तो कुछ कांच के टुकड़े मेरे को दिखाई दिए और दिखाई देने के बाद मैं और हमारे साथी ललित जी ने मिलकर ये सारे के सारे कांच के टुकड़े उठाते गए और अब MCD के कर्मचारी आगे पूरी सफाई व्यवस्था यहाँ जारी है और एक एक कांच के टुकड़े को निकाला जा रहा है। जो कांच के टुकड़े अब रात्रि का समय है इसलिए कई बार दिखाई नहीं देते। सुबह हमारे सभी MCD के कर्मचारी और हमारे स्थानीय कार्यकर्ता भारतीय जनता पार्टी के इस मार्ग को, मुख्य मार्ग को सफाई करेंगे, जिससे हम सुनिश्चित करेंगे कि किसी भी हमारे शिव भक्त कावड़िए को कोई परेशानी नहीं हो। और मैं माननीय मुख्यमंत्री जी जो कि श्रीमती रेखा गुप्ता जी और हमारे सभी माननीय मंत्री जो कि इतनी अच्छी सुंदर व्यवस्था इस बार दिल्ली के अंदर शिव कावड़िए भक्तों के स्वागत के लिए व्यवस्था की गई है, पुष्प वर्षा करने की तैयारी की गई है और भव्य स्वागत द्वार बनाए गए हैं। उनके स्वास्थ्य की चिंता डॉक्टर्स की टीम बैठाई जा रही है, सैनिटेशन का स्टाफ प्रॉपर तरीके से अच्छे से व्यवस्था रहे, दूसरी के शौचालय, दिल्ली पुलिस की सुरक्षा व्यवस्था, किसी भी हमारे कावड़ भाई शिव भक्त को परेशानी नहीं आए, वो सारी व्यवस्थाएं प्रॉपर तरीके से कर रही हैं। और आज भी उन्होंने माननीय मुख्यमंत्री महोदय ने एक उच्च स्तरीय बैठक अधिकारियों की ली और जिसमें सुनिश्चित किया गया और कि किसी भी शिव कावड़िए भक्त को कोई भी 0% प्रॉब्लम नहीं आए और हम सब स्वागत के लिए तैयार है। लेकिन दूसरी तरफ ऐसे अराजक तत्व जो इस यात्रा को विफल करना चाहते हैं, शिव कावड़िए भक्तों को चोट पहुँचाना चाहते हैं, वो कांच के टुकड़े ले जाकर इस मार्ग में फैलाए गए, जो कि बहुत ही गलत है। और इसके लिए हमने यहाँ के स्थानीय SHO सीमापुरी, SHO GTV, उनको हमने अपनी रिपोर्ट दी है कि भाई ये चेक किया जाए और वो सब अपनी CCTV फुटेज के माध्यम से चेक कर रहे हैं कि ऐसे कौन से तत्व हैं। दूसरी तरफ हमारे MCD के कर्मचारी आप देख सकते हैं रात्रि में भी पूरी सफाई व्यवस्था हमारे जो है कर रहे हैं और जो सफाई व्यवस्था फिर पुनः सुबह हम स्वयं देखेंगे और स्वयं देखकर इसके पूरे मार्ग को एकदम 100% सुनिश्चित करेंगे कि किसी भी हमारे शिव कावड़ भक्त को समस्या नहीं हो। और माननीय मुख्यमंत्री जी बिल्कुल 100% विजिलेंट हैं, हर तरफ निगाह है उनकी और वो स्वयं इस बात को देख रहे हैं। पंजाब सरकार द्वारा नशे के खिलाफ चलाए जा रहे अभियान के तहत जीरा के मलोके रोड स्थित एक घर पर पीला पंजा चलाया गया। इस संबंध में जानकारी देते हुए SSP फिरोजपुर सरदार भूपेंद्र सिंह ने कहा कि तहसीलदार
जीरा के नेतृत्व में भारी संख्या में पुलिस बल ने सड़क की जगह पर बने इस मकान पर पीला पंजा चलाया है। उन्होंने कहा कि ये मकान सड़क पर अवैध रूप से बनाया गया था। ये परिवार पिछले कई वर्षों से नशा तस्करी में संलिप्त होकर इस मकान का निर्माण करवा रहा था और नशा व्यापार से प्राप्त धन से ये मकान बनाया गया था, जिसे अब पीला पंजा चलाकर ध्वस्त कर दिया गया है। सरकार द्वारा की गई इस कार्रवाई पर प्रतिक्रिया व्यक्त करते हुए समाज सेवी अशोक कथूरिया ने कहा कि जिस परिवार पर आज ये पीला पंजा चलाया जा रहा है वह पिछले 40 वर्षों से बड़े पैमाने पर मादक पदार्थों की तस्करी में संलिप्त रहा है। जीरा से हलचल के लिए सतीश विच की रिपोर्ट। मेरी उम्र तकरीबन 60 साल आ। अशोक कथूरिया, मैं प्रधान रोड़ा बरादरी का और मैं ये 40 सालों तो वेख रहा भी ये जिहड़ा परिवार नशा बेधड़क होके वेच रहा और किसी पहलियां सरकारां ने कार्रवाई नहीं की। मैं धन्नवाद भगवंत मान दा जिन्हां ने ये बीड़ा चुक्या और जिहड़ी जवानी आउण वाली आ उन्हां नूं बचाउण वास्ते जिहड़ा ये कदम चुक्या। और पिछलियां सरकारां दे विच मैं इत्थों तक वेख्या कि पिछलियां सरकारां दे विच एक दो मुलाजिम सीगे वो भी इन्हां नूं नशा दे के जांदे सी और शाम नूं इन्हां तों पैसे लैके जांदे सी और बेधड़क किसी ते डर तो बगैर इन्हां ने नशा वेचिया। और मैं मान सरकार दा बहुत धन्नवादी जिन्हां ने अज कदम चक के नशा नूं नੱਥ पाउण दी सोची आ। ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਕੁਝ ਨਜਾਇਜ਼ ਉਸਾਰੀ ਕੀਤੀ ਹੋਈ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਬਾਰੇ ਜਿਹੜਾ ਇਸ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਪੁਲਿਸ ਇਮਦਾਦ ਦੇ ਰਹੀ ਹੈ ਜਿਹੜੀ ਇਹ ਨਜਾਇਜ਼ ਉਸਾਰੀ ਕੀਤੀ ਹੋਈ ਆ। ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਉਸਾਰੀ ਹੀ ਨਹੀਂ, ਨਜਾਇਜ਼ ਜਗ੍ਹਾ ਤੇ ਹੀ ਨਹੀਂ ਇਕੱਲੀ, ਇਹ ਇੱਕ ਨਸ਼ਾ ਤਸਕਰ ਹੈਗੇ ਆ ਸ਼ਿਕਾਰ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ। ਜਿਹੜੀ ਐਡੇ ਵੱਡੇ ਆਹ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ। ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ। ਇਹ ਕੈਲਾਸ਼ ਕੌਰ ਪਤਨੀ ਸਵਰਨ ਸਿੰਘ ਵਾਸੀ ਮੁਹੱਲਾ ਸ਼ਾਹ ਏਰੀਆ ਜੀਰਾ, ਇਹਦੇ ਕੋਲ ਇਹਦੇ ਤੇ 8 ਮੁਕੱਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਰਫ ਮੰਗਾ ਉਹਦੇ ਤੇ ਵੀ 8 ਪਰਚੇ ਦਰਜ ਹੈ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀਗੇ ਉਸ ਤੋਂ ਕਮਾਈ ਕੀਤੀ ਹੋਈ ਹੈ। ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਆਮ ਜਨਤਾ ਨੂੰ, ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਇਹ ਜਿਹੜੀ ਚੀਜ਼ ਹੈ ਜਿਹੀ ਚੀਜ਼ ਹੁੰਦੀ ਕਦੇ ਫਲਦੀ ਫੁੱਲਦੀ ਨਹੀਂ। ਇਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਆ, ਨੌਜਵਾਨੀਆਂ ਖਰਾਬ ਕੀਤੀਆਂ ਹੁੰਦੀਆਂ, ਉਸ ਦਾ ਆਪਾਂ ਨੂੰ ਹਿਸਾਬ ਕਿਤਾਬ ਦੇ ਨਹੀਂ। ਤੇ ਇਹ ਸਾਡੇ ਤਹਿਸੀਲਦਾਰ ਸਾਹਿਬ ਸੈਕਟਰ ਮੈਜਿਸਟ੍ਰੇਟ ਹੈਗੇ, ਇਹਨਾਂ ਦੀ ਦੇਖ ਰੇਖ ਸਾਰਾ ਹੋ ਰਿਹਾ ਤੇ ਸਾਰਾ ਜਿਹੜੀ ਅਸੀਂ ਬਾਕੀ ਇਸ ਦੀ ਪੁਲਿਸ ਇਮਦਾਦ ਦਿੱਤੀ ਨਜਾਇਜ਼ ਉਹਦੀ ਸਾਰੀ ਕੀਤੀ ਹੋਈ ਸੀ ਨਜਾਇਜ਼ ਪੈਸੇ ਨਾਲ। ਤੇ ਇਸ ਦਾ ਹੁਣ ਮਤਲਬ ਅੱਜ ਜਿਹੜਾ ਇੰਨੇ ਚਿਰ ਦਾ ਨਸ਼ਾ ਕਰਦੇ ਸੀ ਪਹਿਲਾਂ ਦੱਸ ਰਹੇ ਕਈ ਜਾਣੇ ਪਿਛਲੇ 40 ਸਾਲ ਤੋਂ ਇਹ ਨਸ਼ੇ ਦੇ ਵਿੱਚੋਂ ਨੌਲ ਸੀ ਤੇ ਹੁਣ ਜਾ ਕੇ ਉਹਦਾ ਹਿਸਾਬ। गढ़शंकर होशियारपुर मार्ग पर अड्डा गोलियां के पास एक ट्रैक्टर ट्रॉली और महिंद्रा पिकअप के बीच आमने सामने की भीषण टक्कर हो गई। गनीमत रही कि इस हादसे में दोनों वाहन चालक बाल बाल बच गए। जानकारी देते हुए ट्रैक्टर के चालक बसंत सिंह निवासी गांव कोठा गुरु जिला बठिंडा ने बताया कि वे सैला खुर्द फैक्ट्री से आ रहे थे। जब वे अड्डा गोलियां के पास पहुंचे तो सामने से आ रही महिंद्रा पिकअप ने उनके ट्रैक्टर को जोरदार टक्कर मार दी। इस पिकअप को चरणजीत सिंह निवासी गांव लालरू मंडी चला रहे थे। हादसे में दोनों चालक सुरक्षित बच गए, लेकिन दोनों वाहन बुरी तरह से क्षतिग्रस्त हो गए। महिंद्रा पिकअप सोनालिका स्पेयर पार्ट्स लेकर होशियारपुर जा रही थी। सड़क सुरक्षा बल के जवानों ने मौके पर पहुंचकर घायलों को प्राथमिक उपचार दिया और घटना की जांच शुरू कर दी है। नहीं मैं तो बद्दी तो आंदा वा ना तो गढ़शंकर तक आ गया। गढ़शंकर थोड़ी जी आगे आके ना ट्रैक्टर वाले ने एकदम ही मोड़ता और एकदम ही गड्डी लग गई। गड्डी खत्म ही हो गई, गड्डी खत्म ही हो। कितने जा रहे थे? सोनालिका कंपनी है एक ट्रैक्टर वाली नेशनल उनके चल रही। क्या लेके कहते पार्ट है सोनालिका ट्रैक्टर में ਇਹਦਾ ਬਾਂਹ ਦੇ ਵਿੱਚ ਹੀ ਹੈਗੀ, ਬਾਕੀ ਤਾਂ ਕੁਝ ਨਹੀਂ ਕਰ, ਬਾਕੀ ਠੀਕ ਹੈ। ਜਾਨੀ ਨੁਕਸਾਨ ਹੋਣ ਤੋਂ ਬਚਾ। ਹਾਂ ਟੰਗਾ ਟੁੱਟ ਜਾਣਾ, ਟੰਗਾ ਕੱਢ ਦੇਣੀ ਜੀ, ਸਾਨੂੰ ਲੱਗੀ ਹੈ ਟੰਗਾ ਨਾਲ ਬਚਾਅ ਹੋ ਗਿਆ, ਫਸ ਕੇ ਨਿਕਲਣਾ ਬੜੀ ਮੁਸ਼ਕਲ। ਠੀਕ ਹੁਣ ਮਾਲਕਾਂ ਨੂੰ ਦੱਸਿਆ ਇਸ ਵਾਰ? ਮਾਲਕ ਦੱਸਤਾ, ਹਾਂ ਮਾਲਕ ਦੱਸਤਾ, ਮਾਲਕ ਆਂਦਾ ਦੇ ਵਿੱਚ। ਅੱਜ ਇੱਕ ਹੱਸਦਾ ਹੋਇਆ
ਐਕਸੀਡੈਂਟ ਹੋਇਆ, ਗੋਲੀਆਂ ਪੰਪ ਦੇ ਲਾਗੇ, ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਆ, ਪਰ ਜਿਹੜੀ ਮਸ਼ੀਨਰੀ ਹੈ ਉਹ ਦੋਹਾਂ ਪਾਸਿਆਂ ਦੀ ਤਬਾਹ ਹੋ ਗਈ ਹੈ। ਸੋਨਾਲੀਕਾ ਸੈਲੇ ਮਿਲ ਤੋਂ ਆ ਰਿਹਾ ਸੀ ਗੜਸ਼ੰਕਰ ਵੱਲ, ਤੇ ਜੀਪ ਸਪੇਅਰ ਪਾਰਟ ਲੈ ਕੇ HP ਨੰਬਰ ਹੁਸ਼ਿਆਰਪੁਰ ਨੂੰ ਜਾ ਰਹੀ ਸੀ। ਇਹਨਾਂ ਹਾਦਸਿਆਂ ਨੂੰ रोकने ਲਈ प्रशासन ਨੂੰ प्रबंध करना चाहिए है। धन्यवाद। पंजाब सरकार द्वारा आपराधिक तत्वों पर नकेल कसने के लिए शुरू की गई विशेष पहल के तहत कमिश्नरेट जालंधर ने एक महत्वपूर्ण सफलता हासिल की है। CIA स्टाफ ने एक आरोपी को गिरफ्तार कर उसके कब्जे से 3 अवैध पिस्तौल और जिंदा कारतूस बरामद किए हैं। जानकारी देते हुए पुलिस जांच अधिकारी परमजीत सिंह ने बताया कि बीती 9 जुलाई को एक विशेष चेकिंग अभियान के दौरान CIA पुलिस टीम वर्कशॉप चौक जालंधर के पास तैनात थी। इसी दौरान एक गुप्त सूचना मिली कि अभिषेक उर्फ वंश निवासी गांधी कैंप इलाके में किसी आपराधिक वारदात की नीयत से घूम रहा है। पुलिस टीम ने तुरंत कार्रवाई करते हुए उक्त आरोपी को काबू किया और उसके कब्जे से एक अवैध .32 बोर की पिस्तौल और 2 जिंदा कारतूस बरामद किए। पुलिस रिमांड के दौरान आरोपी के इकबालिया बयान के आधार पर 2 और अवैध पिस्तौल बरामद किए गए। उन्होंने बताया कि आरोपी के खिलाफ पहले से धारा 323, 324, 325, 326 और 34 IPC के तहत थाना डिवीज़न नंबर 7 जालंधर में मामले दर्ज हैं। जी पूरा मामला जी मानयोग श्रीमती धनप्रीत कौर जी IPS कमिश्नर पुलिस जलंधर, DCP मनप्रीत सिंह जी ਅਤੇ श्री जयंतपुरी ADCP जिन्हों के दिशा निर्देशों से इंस्पैक्टर सुरेंद्र कुमार इंचार्ज CI जिन्हों की टीम ने एक व्यक्ति काबू किया जिसका नाम अभिषेक उर्फ वंश, जिहदे कोलों 3 पिस्टल फड़े गए तो जिहदे खिलाफ मुकदमा नंबर 8282 आर्म्स एक्ट डिवीजन नंबर 2 के दर्ज किया गया। इस व्यक्ति की पुछगिछ दौरान ये खिलाफ पहला भी 324, 325, 26 का मुकदमा दर्ज है, जिसकी पुछगिछ करके फॉरवर्ड के बैकवर्ड लिंक की भी इन्वेस्टिगेशन की जा रही, वैपन कितों आए तो किस काम वास्ते यूज़ कर रही है। दुबई के एक प्रमुख व्यवसायी और सरबत दा भला चैरिटेबल ट्रस्ट के संरक्षक डॉक्टर SP सिंह ओबराय, जो किसी से एक भी रुपया लिए बिना अपनी नेक कमाई से हर वर्ष करोड़ों रुपए दान के रूप में खर्च करते हैं, उनके सहयोग से लुधियाना जिला के समराला निवासी 51 वर्षीय व्यक्ति सतनाम सिंह पुत्र अमरजीत सिंह का शव बीती देर रात दुबई से श्री गुरु रामदास अंतर्राष्ट्रीय हवाई अड्डे अमृतसर पहुंचा। इस संबंध में जानकारी साझा करते हुए सरबत दा भला ट्रस्ट के नेता मनप्रीत सिंह संधू ने बताया कि सतनाम सिंह भी अन्य युवाओं की तरह अपने परिवार के बेहतर भविष्य के लिए पिछले 11 वर्षों से दुबई में कड़ी मेहनत कर रहा था। उन्होंने बताया कि परिवार के अनुसार सतनाम सिंह 22 जून को काम करते समय सीढ़ियों से गिर गए और कुछ ही देर बाद दिल का दौरा पड़ने से उनकी मौत हो गई। इस दुर्भाग्यपूर्ण घटना के बाद पीड़ित परिवार ने ट्रस्ट के स्वास्थ्य सेवा निदेशक डॉक्टर दलजीत सिंह गिल के माध्यम से संपर्क किया और सतनाम का शव भारत भेजने को कहा, जिसके बाद उन्होंने अपनी टीम के माध्यम से आवश्यक कागजी कार्रवाई पूरी कर सतनाम का शव भारत भिजवाया। इस बीच कल रात ट्रस्ट के पंजाब अध्यक्ष सुखजिंदर सिंह हीर, जिला अध्यक्ष शीशपाल सिंह लाडी, महासचिव मनप्रीत संधू चमियारी द्वारा मृतक का शव पीड़ित परिवार की मौजूदगी में अमृतसर हवाई अड्डे से प्राप्त किया गया और ट्रस्ट की निःशुल्क एम्बुलेंस सेवा के माध्यम से उसके घर ले जाया गया। उन्होंने बताया कि ट्रस्ट जल्द ही परिवार की वित्तीय स्थिति के अनुसार सतनाम की पत्नी को मासिक पेंशन प्रदान करेगा। उल्लेखनीय है कि डॉक्टर ओबराय के संरक्षण में अब तक लगभग 417 दुर्भाग्यपूर्ण युवाओं के शव उनके उत्तराधिकारियों तक पहुंचाए जा चुके हैं और पिछले कुछ महीनों से अमृतसर हवाई अड्डे से शवों को शोक संतप्त परिवारों के घरों तक पहुंचाने के लिए एक मुफ्त एम्बुलेंस सेवा भी शुरू की गई है। अमृतसर से हलचल के लिए सुनील खोसला की रिपोर्ट। सरबत भला चैरिटेबल ट्रस्ट वालों अज हवाई अड्डे पर पहुंचे हैं। असी इत्थे डैड बॉडी रिसीव करके असी परिवार नूं सौंपी आ।
51 ਸਾਲਾਂ ਦਾ ਜਿਹੜੇ ਵਿਅਕਤੀ ਸੀ ਜਿਹਦੀ ਡੈੱਡ ਬੋਡੀ ਆਈ ਹੈ ਲੁਧਿਆਣਾ ਦੇ ਸਮਰਾਲਾ ਨਾਲ ਸੰਬੰਧਿਤ ਸੀਗਾ। ਡਾਕਟਰ ਐਸਪੀ ਸਿੰਘ ਉਬਰਾਏ ਜੀ ਦੀ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਹ ਡੈੱਡ ਬੋਡੀ ਭੇਜੀ ਗਈ ਸੀ ਤੇ ਟਰਸਟ ਵੱਲੋਂ ਜਿਹੜੀ ਇੱਥੇ 에ਅਰਪੋਰਟ ਤੋਂ ਮ੍ਰਿਤਕ ਸਰੀਰ ਭੇਜਣ ਲਈ ਫ੍ਰੀ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਆ। ਉਹਦੇ ਰਾਹੀਂ ਪਰਿਵਾਰ ਨੂੰ ਡੈੱਡ ਬੋਡੀ ਉਹਦੇ ਸਮਰਾਲੇ ਭੇਜੀ ਗਈ ਆ। ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਡਾਕਟਰ ਐਸਪੀ ਸਿੰਘ ਉਬਰਾਏ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿਹੜਾ ਵੀ ਕਿਸੇ ਵੀ ਦੇਸ਼ ਤੋਂ ਡੈੱਡ ਬੋਡੀ ਜੇਕਰ ਆਉਂਦੀ ਆ ਉਹਨੂੰ ਉਹਦੇ ਲਈ ਫ੍ਰੀ ਐਂਬੂਲੈਂਸ ਸੇਵਾ ਇੱਥੋਂ ਸ਼ੁਰੂ ਕੀਤੀ ਗਈ ਆ। ਤੇ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਇਹ 417 ਹੁਣ ਤੱਕ ਬਦਨਸੀਬ ਲੋਕਾਂ ਦੇ ਮ੍ਰਿਤਕ ਸਰੀਰ ਡਾਕਟਰ ਉਬਰਾਏ ਸਾਹਿਬ ਦੇ ਯਤਨਾਂ ਨਾਲ ਇੱਥੇ ਭੇਜੇ ਜਾ ਚੁੱਕੇ ਨੇ ਵਾਰਸਾਂ तक। महानगर जालंधर की 2 व्हीलर स्पेयर पार्ट्स एसोसिएशन की बैठक शहर के एक होटल में आयोजित हुई, जिसका उद्देश्य कारोबारियों को आ रही समस्याओं पर विचार करना और संगठन को रजिस्टर्ड करवाने की दिशा में ठोस कदम उठाना था। तो वहीं बैठक में सीनियर और जूनियर मेंबर्स ने बढ़ चढ़कर भाग लिया। इस बैठक के दौरान सर्वसम्मति से नई कार्यकारिणी का गठन किया गया और अश्विनी कुमार को एसोसिएशन का नवनिर्वाचित प्रधान चुना गया। वहीं उपस्थित सभी सदस्यों ने उन्हें फूलों का हार पहनाकर बधाई दी और शुभकामनाएं भी दी। इस दौरान नवनिर्वाचित प्रधान अश्विनी कुमार ने कहा कि संगठन पिछले 3 दशकों से अस्तित्व में है, लेकिन अब वक्त आ गया है कि इसे आधिकारिक रूप से रजिस्टर्ड करवाया जाए। उन्होंने कहा कि वे सभी सदस्यों को एकजुट कर टीम वर्क के साथ संगठन की बेहतरी के लिए कार्य करेंगे। इसके अलावा उन्होंने ये भी कहा कि 2 व्हीलर स्पेयर पार्ट्स का कारोबार पर बढ़ती अफसरशाही के दबाव को कम करने के लिए रणनीति भी बनाई जाएगी और प्रतिनिधि मंडल के माध्यम से संबंधित विभागों से बातचीत भी की जाएगी। तो वहीं घोषित कार्यकारिणी इस प्रकार है: प्रधान अश्विनी कुमार, वाइस प्रेसिडेंट राजेश उप्पल, चेयरमैन कालड़ा, वाइस चेयरमैन वरुण उप्पल, महासचिव इंद्रजीत, सेक्रेटरी कुलदीप सिंह, कैशियर नरेंद्र, कार्यकारी सदस्य सुरेंद्र अरोड़ा, अभिषेक सहगल, अमित वधवा, सुरेश माघो। सभी नवनिर्वाचित पदाधिकारियों ने संगठन के विकास और कारोबारियों की समस्याओं के समाधान हेतु पूर्ण निष्ठा से काम करने का आश्वासन दिया। जालंधर से हलचल के लिए कैमरामैन रजनीश शर्मा की रिपोर्ट। नमस्कार जी साਰਿਆਂ ਨੂੰ। ਉੱਚੀ ਬੋਲੋ ਰਿਹਾ। ਨਮਸਕਾਰ ਜੀ ਸਾਰਿਆਂ ਨੂੰ। ਬਹੁਤ ਦੇਰ ਤੋਂ ਸਾਡੀ ਜਿਹੜੀ ਮਾਰਕੀਟ ਸੀ ਜਾਂ ਆਪਣੀ ਉਹਦਾ ਪ੍ਰੈਜ਼ੀਡੈਂਟ ਦਾ ਪਦ ਖਾਲੀ ਸੀਗਾ ਤੇ ਇਸ ਕਰਕੇ ਆਪਾਂ ਬੜੇ ਵਿਚਾਰ ਵਿਮਰਸ਼ ਤੋਂ ਬਾਅਦ ਅੱਜ ਆਪਾਂ ਅਸ਼ਵਨੀ ਕੁਮਾਰ ਜੀ ਜਿਹੜੇ ਸਾਡੇ ਮੌਜੂਦ ਨੇ ਅੱਜ ਇਹਨਾਂ ਨੂੰ ਅਸੀਂ ਪ੍ਰਧਾਨ ਦਾ ਅਹੁਦਾ ਦਿੱਤਾ ਤੇ ਸਭ ਦੀ ਸਹਿਮਤੀ ਨਾਲ ਮਤਲਬ ਸਾਰੇ ਮੈਂਬਰ ਤੇ ਇੱਕ ਤਾਂ ਇਹ ਆਪਣੇ ਉਹਦੇ ਕਾਬਿਲ ਵੀ ਸੀਗੇ ਤੇ ਬੜੇ ਅੱਗੇ ਲੱਗ ਕੇ ਕੰਮ ਕਰਨ ਵਾਲੇ ਬੰਦੇ ਨੇ ਤੇ ਅੱਜ ਇਹਨਾਂ ਨੂੰ ਅਸੀਂ ਪ੍ਰੈਜ਼ੀਡੈਂਟ ਬਣਾਇਆ ਤੇ ਆਪਾਂ ਹੋਰ ਵੀ ਕਈ ਚੀਜ਼ਾਂ ਦੀ ਮਤਲਬ ਸਭ ਨੂੰ ਕੋਸ਼ਿਸ਼ ਕੀਤੀ ਹੈ ਜੋ ਕਿ ਭਾਈ ਮਤਲਬ ਆਪਣੇ ਸਾਡੇ ਪ੍ਰਧਾਨ ਅਸ਼ਵਨੀ ਕੁਮਾਰ ਜੀ ਆਪ ਦੱਸਣਗੇ ਕਿ ਕੀ ਹੋਇਆ। मैं अश्विनी कुमार जी 2 व्हीलर स्पेयर पार्ट एसोसीएशन का अज मैनू सारिया ने मैंबरां ने रल के मैनू प्रेजिडेंट का अहुदा दिता ते यह जिहड़ा मैनू अहुदा दिता गया है मैं पहला तो सारी एसोसीएशन का बड़ा धन्यवाद करता ते इस तो बाद मेरी कोशिश रहेगी कि जिस तरीके का मैनू ये अहुदा सौंपिया गया है जिस कम्मां लई मैनू दिता गया है उन्होंने मैं पूरा उन्होंने उनका रखवाव करा तो जो इन्हों की प्रॉब्लम हैगी एसोसीएशन की उन्हें मैं दूर करावां। चाहे अज की डेट के ये काफ़ी सुनने सामने दिख रहा सानू कि जी अफसरशाही हैगी है GST डिपार्टमेंट वो बड़ा धक्का कर रहा है तो असी उन्होंने भी कहना चाहांगे भी इदा की कोई साडी यूनियन के विच कोई थानू कोई इदा कुछ लगता है कोई तुसीं सर्वे करना है तो उन्होंने अगे साडी गुजारिश है कि जी साडे नाल आके गल की जाए ਜਿਹੜਾ ਸਾਡਾ ਇੱਕ ਸਾਡੀ ਕਾਰਜਕਾਰੀ ਜਿਹੜੀ ਮੈਂਬਰਸ਼ਿਪ ਬਣੀ ਹੈ ਜਿੰਦੇ ਵਿੱਚ ਅਸੀਂ ਕੋਈ ਅਹੁਦੇਦਾਰ ਹੋਰ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਪ੍ਰਧਾਨ ਮੈਨੂੰ ਬਣਾਇਆ ਗਿਆ ਅਸ਼ਵਨੀ ਕੁਮਾਰ, ਵਾਈਸ ਪ੍ਰਧਾਨ ਰਜੇਸ਼ ਉੱਪਲ ਜੀ, ਚੇਅਰਮੈਨ ਇੰਦਰਜੀਤ ਕਾਲੜਾ ਜੀ, ਵਾਈਸ ਚੇਅਰਮੈਨ ਕੁਲਦੀਪ ਜੀ ਤੇ ਜਨਰਲ ਸੈਕਟਰੀ ਬਣਾਏ ਗਏ ਤਰਨ ਉੱਪਲ ਜੀ, ਸੈਕਟਰੀ ਬਣਾਏ ਗਏ ਨੇ ਨਰਿੰਦਰ ਨਾਨਾ ਜੀ ਤੇ ਇਹਨਾਂ ਦੇ ਨਾਲ ਅਸੀਂ 3 ਬੰਦੇ ਕਾਰਜਕਾਰਨੀ ਮੈਂਬਰ ਵੀ ਰੱਖੇ ਨੇ ਉਹਨਾਂ ਵਿੱਚ ਇੱਕ ਅਮਿਤ ਕੁਮਾਰ ਵਧਵਾ
एक अभिषेक सैगल, एक सुरेश माघो। ये ਜਿਹੜੀ ਸਾਡੀ ਟੀਮ ਹੈ ਇਹ ਸਾਰੀ ਅਸੀਂ ਰਲ ਮਿਲ ਕੇ ਜੋ ਵੀ ਸਾਡੇ ਮੈਂਬਰਾਂ ਦੀ ਕੋਈ ਦਿੱਕਤਾਂ ਹੋਣਗੀਆਂ ਜਾਂ ਕਿਸੇ ਵੀ ਤਰੀਕੇ ਦੀ ਹੋਣਗੀਆਂ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ। ਤੇ ਲਾਸਟ ਵਿੱਚ ਇੱਕ ਵਾਰੀ ਫੇਰ ਮੈਂ ਕਹਿਣਾ ਚਾਹਾਂਗਾ ਖਾਸ ਕਰਕੇ GST ਡਿਪਾਰਟਮੈਂਟ ਵਾਲਿਆਂ ਨੂੰ ਬਈ ਸਾਡੀ ਐਸੋਸੀਏਸ਼ਨ ਦੇ ਵਿੱਚ ਅਗਰ ਤੁਹਾਨੂੰ ਕੋਈ ਕਮੀ ਪੇਸ਼ੀ ਨਜ਼ਰ ਆਉਂਦੀ ਹੈ ਉਹਦਾ ਸਰਵੇ ਤੋਂ ਪਹਿਲਾਂ ਸਾਡੇ ਨਾਲ ਇੱਕ ਵਾਰੀ ਰਾਬਤਾ ਕਾਇਮ ਕੀਤਾ ਜਾਵੇ, ਸਾਨੂੰ ਦੱਸਿਆ ਜਾਵੇ ਤਾਂ ਕਿ ਜੇ ਕੋਈ ਉਹਦੀ ਪ੍ਰੋਬਲਮ ਹੈਗਾ ਅਸੀਂ ਆਪ ਹੀ ਦੂਰ ਕਰਵਾਈਏ। ठीक है, धन्यवाद। श्री देवी तला मंदिर चैरिटेबल अस्पताल जालंधर में आंखों के निःशुल्क मेडिकल चेकअप कैंप का आयोजन डॉक्टर मोहित घई के नेतृत्व में किया गया। इस कैंप में 100 से अधिक मरीजों की आंखों की निःशुल्क जांच की गई। इस दौरान डॉक्टर मोहित घई ने बताया कि 50 के करीब सफ़ेद मोतियाबिंद के मरीजों को ऑपरेशन हेतु चयनित किया गया है, जिनकी आंखों का ऑपरेशन नॉर्मल लेंस के साथ आधे रेट पर किया जाएगा और विदेशी लेंस की असल कीमत पर डाला जाएगा। जालंधर से हलचल के लिए कैमरामैन रजनीश शर्मा की रिपोर्ट। मेरा नाम डॉक्टर मोहित है। श्री देवी तलाब चैरिटेबल ट्रस्ट वालों मैं इत्थे आई सर्जन हैगा। ਅੱਜ ਸਾਡਾ ਕੈਂਪ ਲੱਗਿਆ ਹੋਇਆ ਜਿਹਦੇ ਵਿੱਚ ਫ੍ਰੀ ਸਪੈਸ਼ਲ ਚੈੱਕਅਪ ਕੈਂਪ ਹੈਗਾ ਔਰ ਜਿਹੜੇ ਸਪੈਸ਼ਲ ਲੈਂਸ ਪਾਉਣਾ ਚਾਹੁੰਦੇ ਉਹ ਪੇਸ਼ੈਂਟ ਸਪੈਸ਼ਲ ਲੈਂਸ ਪਵਾ ਕੇ ਜਾ ਰਹੇ ਆ, ਜਿਹੜੇ ਫ੍ਰੀ ਹੋਣੇ ਆ ਜਾਂ ਡਿਸਕਾਊਂਟਡ ਰੇਟ ਤੇ ਆ ਉਸ ਤਰ੍ਹਾਂ ਦਾ ਲੈਂਸ ਪਾਇਆ ਜਾਏਗਾ। ਵਿਜ਼ਨ ਟੈਸਟਿੰਗ ਹੋ ਰਹੀ ਹੈ, ਦਵਾਈਆਂ ਵੀ ਦਿੱਤੀ ਜਾ ਰਹੀਆਂ ਜੀ। ਅਸੀਂ ਮੋਤੀ ਦੇ ਰਫਲੀ 50 ਦਾ ਟਾਰਗੇਟ ਰੱਖਿਆ ਹੈਗਾ, ਉਸ ਤੋਂ ਐਕਸੈਸਿਵ ਹੋਏਗਾ ਤਾਂ ਅਸੀਂ ਫਿਰ ਸਪੈਸ਼ਲ ਸਪਿਲ ਓਵਰ ਹੋਏਗਾ ਸੈਕੰਡ ਕੈਂਪ ਦੇ ਵਿੱਚ ਜੋ ਕਿ ਅੱਜ ਤੋਂ 27 ਤਰੀਕ ਨੂੰ ਹੋਏਗਾ। ਫਿਲਹਾਲ 50% ਡਿਸਕਾਊਂਟਡ ਰੇਟ ਤੇ ਹੈਗਾ, ਨਾਰਮਲ 2500 ਦੇ ਵਿੱਚ ਹੋ ਰਿਹਾ ਜੀ। ਹੋਰ ਕੋਈ ਕਮੈਂਟ ਨਹੀਂ ਹੈ ਜੀ। ਕੈਂਪ ਅੱਛਾ, ਰਿਸਪੌਂਸ ਅੱਛਾ। टाइम बाद असी दोबारा तो स्टार्टअप किया, सो अपनी पब्लिसिटी होएगी हुण। रिटायर्ड DIG स्वर्ण सिंह की धर्मपत्नी सतवंत कौर अपनी सांसारिक यात्रा पूर्ण कर वाहिगुरु जी के चरणों में जा विराजी हैं। उनकी आत्मिक शांति हेतु भोग एवं अंतिम अरदास का आयोजन गुरुद्वारा गुरु नानक दरबार साहिब हरदयाल नगर जालंधर में किया गया। इस दौरान रागी सिंघों द्वारा वैरागमी कीर्तन उपरांत स्वर्गीय सतवंत कौर की आत्मिक शांति हेतु अंतिम अरदास की गई। इस मौके पर पति स्वर्ण सिंह और सभी पारिवारिक सदस्यों सहित शहर के गणमान्य व्यक्तियों ने स्वर्गीय सतवंत कौर को भावभीनी श्रद्धांजलि भेंट की। शहर के प्रसिद्ध इंडस्ट्रियलिस्ट एवं अंजू इंडस्ट्रीज के मालिक नरेंद्र जुल्का अपनी सांसारिक यात्रा पूर्ण कर प्रभु चरणों में विलीन हो गए हैं। उनकी आत्मिक शांति हेतु रस्म उठाला और श्रद्धांजलि सभा का आयोजन गीता मंदिर मॉडल टाउन जालंधर में किया गया। इस दौरान पंडित सोमनाथ पाठक द्वारा
संकीर्तन कर स्वर्गीय नरेंद्र जुल्का की आत्मिक शांति हेतु प्रार्थना की गई। इस मौके पर अंजू माटा, गीता मंदिर मॉडल टाउन के डिस्पेंसरी इंचार्ज अजय लाली और पारिवारिक सदस्यों में पत्नी अंजू जुल्का, बेटा ईश जुल्का, रिचा जुल्का, रीति, रजत जुनेजा, सविता, राजेश सौंधी सहित शहर के इंडस्ट्रियलिस्ट, व्यापारिक और सामाजिक वर्ग से जुड़े लोगों ने पहुंचकर स्वर्गीय नरेंद्र जुल्का को श्रद्धासुमन अर्पित किए। और अब अंत में हलचल की गतिविधियों पर एक नजर फिर से। जीरा के गांव बंडाला पुराना में दो पक्षों में आपसी रंजिश के चलते चली गोलियां और तलवारें, 7 लोग हुए घायल। जालंधर में रेलवे लाइन के पास सरेआम युवक पर हुई फायरिंग, पुलिस जांच में जुटी। अमृतसर में नशा बेचने से रोकने पर निहंग सिंह पर नशेड़ियों ने तेजधार हथियारों से किया हमला। आम आदमी पार्टी की संयोजक सोनिया मान ने सख्त कार्रवाई के दिए आदेश। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल।